ਸ਼੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦਿ ਧਿਆਵੋ, ਹਿਰਦਿ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋ ਤਰਾ ਪਾਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵਿਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕ ਓੰਕਾਰਾ ਸਤਿਗੁਰੂ, ਤੇਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਸਾਹਿਬ ਜੀ। यों कह बुढ़े ने अपने हाथ उखार, जिन्यो दर खोलन कीना, बैठे समाध अगाध करे। कवलास के ऊपर शंभु असीना, यों कह बुढ़े ने अपने हाथ उखार। ਸਤਿਗੁਰੂ ਗਰੀਬ ਨਿਵਾਜ, ਹਲਤ ਪਲਤ ਕੇ ਰਖਿਅਕ। ਧਰਤੀ ਨੂੰ ਧੀਰਜ ਬਖਸ਼ਣਹਾਰ, ਗਰੀਬ ਨਿਵਾਜ ਸਤਿਗੁਰੂ। ਦਸਾਂ ਪਾਤਸ਼ਾਹੀਆਂ ਦੀ ਜੋਤ, ਹਾਜ਼ਰਾ ਹਜੂਰ, ਗੁਰਤਾ ਗੱਦੀ ਤੇ ਸੁਭਾਏਮਾਨ ਸਤਿਗੁਰੂ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਭ ਤੋਂ ਪਹਿਲਾਂ ਅੰਮ੍ਰਿਤ ਕੇ ਦਾਤੇ ਕਲਗੀਧਰ ਪ੍ਰੀਤਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਦੇ ਸਦਕਾ ਆਪ ਜੀ ਸਤ ਸੰਗਤ ਦਾ ਸੁਭਾਗਾ ਸਮਾਂ ਪ੍ਰਾਪਤ ਕਰ ਰਹੇ ਹੋ। ਗਰੀਬ ਨਿਵਾਜ ਜੀ ਦੀ ਕਿਰਪਾ ਦੇ ਸਦਕਾ ਜੋ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਇਸ ਦਾ ਸਮਾਂ ਆਨ ਕਰਕੇ ਪ੍ਰਾਪਤ ਹੋਇਆ ਹੈ। ਆਪ ਜੀ ਨੇ ਪਿਛਲੇ ਦੀਵਾਨਾਂ ਅੰਦਰ ਸਰਵਣ ਕੀਤਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚਖੰਡ ਪਿਆਨਾ ਕਰ ਗਏ ਹਨ, ਤਾਂ ਗਰੀਬ ਨਿਵਾਜ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਆਪਣੇ ਘਰ ਵਿਖੇ ਆਏ ਨੇ। ਮਾਈ ਭਰਾਈ ਨੂੰ ਕਿਹਾ ਕਿ ਸਾਡਾ ਹੁਣ ਕੁਝ ਦੇਖਣ ਸੁਣਨ ਨੂੰ ਚਿੱਤ ਨਹੀਂ ਕਰਦਾ, ਅਸੀਂ ਇਸ ਕਰਕੇ ਇੱਕ ਕਮਰੇ ਦੇ ਵਿੱਚ ਬੈਠਣ ਲੱਗੇ ਹਾਂ, ਤੁਸੀਂ ਉਸ ਕਮਰੇ ਦਾ ਬਾਹਰੋਂ ਜਿਹੜਾ ਦਰਵਾਜ਼ਾ ਚਿਣ ਦਿਓ, ਅਸੀਂ ਕਿਸੇ ਦੇ ਨਾਲ ਕੁਝ ਬੋਲਣਾ ਚੱਲਣਾ ਨਹੀਂ। ਮਾਤਾ ਭਰਾਈ ਜੀ ਨੇ ਇਸੇ ਪ੍ਰਕਾਰ ਕੀਤਾ। ਉਪਰੰਤ ਉਧਰ ਗੁਰੂ ਕੇ ਸਿੱਖ ਧੰਨ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੇ ਵੇਖਿਆ ਕਿ ਗੁਰੂ ਅੰਗਦ ਦੇਵ ਮਹਾਰਾਜ ਦੇ ਦਰਸ਼ਨ ਨਹੀਂ ਹੋ ਰਹੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ ਤੇ ਉਹਨਾਂ ਦੇ ਦਰਸ਼ਨ ਨਹੀਂ ਹੋ ਰਹੇ। ਇਵੇਂ ਭਾਲਦੇ ਭਾਲਦੇ ਮਾਤਾ ਭਰਾਈ ਜੀ ਦੇ ਕੋਲ ਖਡੂਰ ਸਾਹਿਬ ਆ ਗਏ ਹਨ। ਬਾਬਾ ਬੁੱਢਾ ਸਾਹਿਬ ਜੀ ਨੇ ਵੇਖਿਆ ਇੱਕ ਕੋਠੜੀ ਦੇ ਸਾਰੇ ਦਰਵਾਜ਼ੇ ਬੰਦ ਹਨ, ਉਹਨੂੰ ਕੋਈ ਦਰਵਾਜ਼ਾ ਨਹੀਂ। ਬਾਬਾ ਬੁੱਢਾ ਸਾਹਿਬ ਜੀ ਨੇ ਅੰਦਾਜ਼ਾ ਲਾਇਆ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਪੱਕਾ ਇੱਥੇ ਹੀ ਹੋਣਗੇ, ਤੇ ਬਾਹਰੋਂ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਆਵਾਜ਼ ਮਾਰ ਕੇ ਆਖਿਆ ਕਿ ਹੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਮੇਰਾ ਨਾਮ ਬੁੱਢਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੇਰੇ ਤਾਈਂ ਬਚਨ ਹੈ ਕਿ ਬਾਬਾ ਬੁੱਢਾ ਜੀ, ਧਾਤੋਂ ਅਸੀਂ ਕਦੇ ਕਿਸੇ ਪ੍ਰਕਾਰ ਵੀ ਓਹਲੇ ਨਹੀਂ ਹੋਵਾਂਗੇ, ਹਰ ਸਰੂਪ ਦੇ ਵਿੱਚ ਸਾਡੇ ਤੁਹਾਨੂੰ ਦਰਸ਼ਨ ਹੋਣਗੇ। ਤੇ ਮੈਨੂੰ ਪਤਾ ਲੱਗ ਗਿਆ ਕਿ ਆਪ ਜੀ ਇਸ ਕੋਠੜੀ ਦੇ ਅੰਦਰ ਹੋ। ਇਵੇਂ ਕਹਿ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਚਿਣੀ ਹੋਈ ਜਿਹੜੀ ਦੀਵਾਰ ਸੀ ਉਹ ਆਪਣੇ ਹੱਥਾਂ ਦੇ ਨਾਲ ਖੋਲਣ ਲੱਗੇ ਹਨ। ਇਹ ਪ੍ਰਸੰਗ ਆ ਰਿਹਾ ਹੈ। ਭਾਈ ਕਵੀ ਸੰਤੋਖ ਸਿੰਘ ਜੀ ਨੇ ਇਹ ਜਿਹੜੀ ਇਤਿਹਾਸ ਸਾਰਾ ਪ੍ਰਸੰਗ ਜਿਹੜੇ ਲਿਖੇ ਹੈ, ਬੜੇ ਪ੍ਰੇਮ ਦੇ ਨਾਲ ਆਨੰਦ ਵਾਲੇ ਪ੍ਰਸੰਗ ਹਨ, ਸੁਣਨ ਵਾਲੇ ਹਨ। ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾ ਕੇ ਸਰਵਣ ਕਰੀਏ। ਯੋਂ ਕਹੈ ਬੁੱਢੇ ਨੇ ਆਪਣੇ ਹਾਥ ਉਖਾਰ। ਉਹ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਇਵੇਂ ਆਵਾਜ਼ਾਂ ਦੇ ਕਰਕੇ ਜਿਹੜੀ ਖਡੂਰ ਸਾਹਿਬ ਦੇ ਵਿੱਚ ਜਿੱਥੇ ਮਹਾਰਾਜ ਜਿਸ ਕੋਠੜੀ ਦੇ ਵਿੱਚ ਸੱਜੇ ਹੋਏ ਹਨ ਅੰਦਰ ਸਮਾਧੀ ਲਾਈ ਹੈ, ਉਸ ਕੋਠੜੀ ਦਾ ਜਿਹੜਾ ਦਰਵਾਜ਼ਾ ਆ ਉਹਦੀਆਂ ਜਿਹੜੀਆਂ ਇੱਟਾਂ ਚਿਣੀਆਂ ਹੋਈਆਂ ਹਨ, ਦਰਵਾਜ਼ਾ ਗਾਰੇ ਦੇ ਨਾਲ ਲਿਪਿਆ ਹੋਇਆ, ਭਾਵ ਪਤਾ ਨਹੀਂ ਲੱਗਦਾ ਕਿ ਇੱਥੇ ਦਰਵਾਜ਼ਾ ਹੈ। ਉਸ ਦਰਵਾਜ਼ੇ ਨੂੰ ਇਸ ਪ੍ਰਕਾਰ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਬਾਰੇ ਦੱਸ ਕਰਕੇ ਆਪਣੇ ਹੱਥ ਦੇ ਨਾਲ ਉਹ ਜਿਹੜੀਆਂ ਇੱਟਾਂ ਤੇ ਉਹ ਗਾਰਾ ਉਖਾੜ ਦਿੱਤਾ। ਜਿਨਿਓ ਦਰ ਖੋਲਣ ਕੀਨਾ। ਜਿਹੜਾ ਦਰਵਾਜ਼ਾ ਚਿਣਿਆ ਹੋਇਆ ਸੀ ਗਾਰੇ ਦੇ ਨਾਲ ਉਹ ਖੋਲਣਾ ਕੀਤਾ। ਬੈਠੇ ਸਮਾਧ ਅਗਾਧ ਕਰੇ। ਅੰਦਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਸਮਾਧੀ ਡੂੰਘੀ ਲਾ ਕਰਕੇ ਬੈਠੇ ਹਨ। ਕਵਲਾਸ ਕੇ ਉਪਰ ਸੰਭੂ ਅਸੀਨਾ। ਕਵੀ ਜੀ ਦ੍ਰਿਸ਼ਟਾਂਤ ਦਿੰਦੇ ਆ, ਕਹਿੰਦੇ
ਕਹਿੰਦੇ ਮੰਨ ਲੈਣਾ ਕਰੋ ਜਿਵੇਂ ਕੈਲਾਸ਼ ਪਰਬਤ ਦੇ ਉੱਤੇ ਜਿਹੜਾ ਸ਼ਿਵ ਜੀ ਹੀ ਸਮਾਧੀ ਲਾ ਕੇ ਬੈਠਾ ਹੋਵੇ। ਸ਼ਾਂਤ ਬਿਰਤੀ ਸਮੁਦਾਇ ਰਖੀਕ, ਬਿਰਤੀ ਮਹਾਰਾਜ ਜੀ ਨੇ ਸ਼ਾਂਤ ਕੀਤੀ ਹੋਈ ਹੈ ਤੇ ਜਿਹੜੀਆਂ ਇੰਦਰੀਆਂ ਉਹ ਵੀ ਸਾਰੀਆਂ ਸ਼ਾਂਤ ਕੀਤੀਆਂ ਹਨ। ਅਚੰਚਲ ਹੈ ਇੱਕ ਰੂਪ ਬੈਲੀਨਾ, ਜਿਹੜੀਆਂ ਬਿਰਤੀਆਂ ਚੰਚਲਤਾ ਤੋਂ ਚੰਚਲ ਹਨ ਬੜੀਆਂ, ਉਹਨਾਂ ਨੂੰ ਵੀ ਚੰਚਲਤਾ ਤੋਂ ਰਹਿਤ ਕੀਤਾ ਹੋਇਆ। ਫਿਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਸਰੂਪ ਦੇ ਵਿੱਚ ਲੈ ਹੋਏ ਹਨ, ਜਿਹੜਾ ਇੱਕ ਸਰੂਪ ਨਾਸ਼ ਤੋਂ ਰਹਿਤ ਹੈ ਨਾ, ਉਹਦੇ ਵਿੱਚ ਲਿਵਲੀਨ ਹੋਏ ਹਨ। ਢੇਰ ਸਭੈ ਕਰ ਜੋਰ ਖਰੇ, ਜਦੋਂ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਅੰਦਰ ਜਾ ਕੇ ਮਹਾਰਾਜ ਨੂੰ ਸਮਾਧੀ ਲਾਇਆ ਹੋਇਆ ਵੇਖਿਆ, ਨਾਲ ਸਿੱਖ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਹੈ, ਉਹਨਾਂ ਵੀ ਵੇਖ ਕਰਕੇ ਦੋਵੇਂ ਹੱਥ ਜੋੜ ਕਰਕੇ ਸਾਰੇ ਸਿੱਖ ਖੜ ਗਏ। ਅਬੇ ਬੰਧਨ ਠਨ ਹੈ ਹੋਏ ਪ੍ਰਸੀਨਾ, ਪ੍ਰਸੰਨ ਹੋ ਕਰਕੇ ਨਮਸਕਾਰ ਕਰ ਰਹੇ ਆ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ। ਨਾਹੇ ਸਮਾਦ ਅਗਾਧ ਛੁੱਟੀ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਜਿਹੜੀ ਡੂੰਘੀ ਸਮਾਧੀ ਹੈ ਨਾ ਸਾਧ ਸੰਗਤ ਜੀ, ਉਹ ਖੁੱਲੀ ਨਹੀਂ ਹੈ। ਉਨ ਮਾਈ ਪਿਰਾਈ ਕੇ ਸਾਥ ਕਹੈ, ਫਿਰ ਸਾਰੇ ਸਿੱਖ ਤੇ ਬਾਬਾ ਬੁੱਢਾ ਸਾਹਿਬ ਜੀ ਮਾਤਾ ਭਰਾਈ ਜੀ ਦੇ ਨਾਲ ਕਹਿਣ ਲੱਗੇ ਐ, ਆਪ ਕਹੋ ਜਿਮ ਬਾਹਰ ਆਵਹਿ, ਕਹਿੰਦੇ ਹੇ ਮਾਤਾ ਜੀ ਤੁਸੀਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਹੋ ਜਿਸ ਤਰੀਕੇ ਦੇ ਨਾਲ ਇਹ ਬਾਹਰ ਆ ਜਾਣ ਸਮਾਧੀ ਤੋਂ। ਦੀਨ ਦਿਆਲ ਕੀ ਬਾਨ ਹੈ, ਨਹੀਂ ਤਾਂ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਸਤਿਗੁਰਾਂ ਜੀ ਦੀ ਇਹੀ ਆਦਤ ਹੈ, ਇਹਨਾਂ ਦਾ ਇਹੀ ਸੁਭਾਅ ਹੈ। ਜਦੋਂ ਸਮਾਧੀ ਦੇ ਵਿੱਚ ਲੀਨ ਹੋ ਜਾਂਦੇ ਫਿਰ ਉਦੋਂ ਸਮਾਧੀ ਉਪਰਾਮ ਨਹੀਂ ਕਰਦੇ, ਖੋਲਦੇ ਨਹੀਂ ਛੇਤੀ। ਇਸ ਕਰਕੇ ਮਾਤਾ ਜੀ ਆਪ ਕਹੋ ਮਹਾਰਾਜ ਜੀ ਨੂੰ। ਕੀਨ ਸਭੈ ਬਿਨਤੀ ਕਰ ਜੋਰ, ਇਵੇਂ ਕਰ ਭਾਵ ਦੋਵੇਂ ਹੱਥ ਜੋੜ ਕਰਕੇ ਬੇਨਤੀ ਕੀਤੀ ਮਾਤਾ ਭਰਾਈ ਜੀ ਨੂੰ। ਕਰੋ ਕਰੁਣਾ ਗਨ ਸਿੱਖਿਓ ਚਹੈ, ਕਹਿੰਦੇ ਕਿਰਪਾ ਕਰਕੇ ਮਾਤਾ ਭਰਾਈ ਜੀ ਇਹ ਕੰਮ ਤੁਸੀਂ ਕਰੋ, ਬਹੁਤੇ ਸਿੱਖ ਇਹੀ ਗੱਲ ਚਾਹੁੰਦੇ ਐ। ਬੈਠ ਸਿੰਘਾਸਨ ਜਯੋ ਕਮਲਾਸਨ, ਜਿਉਂ ਭਾਵ ਜਿਸ ਪ੍ਰਕਾਰ ਮਹਾਰਾਜ ਜੀ ਸਿੰਘਾਸਣ ਦੇ ਉੱਤੇ ਸੱਜ ਜਾਣ ਆ ਕੇ, ਜਿਵੇਂ ਬ੍ਰਹਮਾ ਆਪਣੇ ਸਿੰਘਾਸਣ ਤੇ ਬਹਿੰਦਾ ਹੈ। ਦੇਹੋ ਦੇਦਾਰ ਕਲੂਖ ਦਹੈ, ਬੇਨਤੀ ਕਰੋ ਕਿ ਮਹਾਰਾਜ ਜੀ ਕਿਰਪਾ ਕਰਕੇ ਦਰਸ਼ਨ ਦਿਦਾਰੇ ਦਿਓ, ਜਿਨ੍ਹਾਂ ਕਰਕੇ ਜਿਹੜੇ ਕਲਯੁਗ ਦੇ ਪਾਪ ਉਹ ਸਾਰੇ ਨਾਸ਼ ਹੋ ਜਾਣ। ਦਾਸ ਉਧਾਰਨ ਕੋ ਇਸ ਕਾਰਨ, ਸਤਿਗੁਰੂ ਜੀ ਆਪ ਜੀ ਨੇ ਦਾਸਾਂ ਸੇਵਕਾਂ ਦਾ ਉਧਾਰ ਕਰਨ ਵਾਸਤੇ ਹੀ ਇਸ ਕਾਰਨ ਕਰਕੇ ਆਪ ਗੁਰੂ ਨੇ ਦਈ ਗੁਰ ਗਾਦੀ, ਆਪ ਤੁਹਾਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰਤਾ ਗੱਦੀ ਦਿੱਤੀ ਹੈ। ਸੋ ਅਬ ਕਾਰਜ ਕਯੋ ਕਿਉਂ ਨਾ ਕਰੋ, ਸੋ ਅਬ ਕਾਰਜ ਕਿਉਂ ਨਾ ਕਰੋ, ਕੱਕੇ ਸਿਹਾਰੀ ਊੜੇ ਓਂਕੜ ਉੱਤੇ ਬਿੰਦੀ, ਕਿਉਂ ਨਾ ਕਰੋ। ਮਹਾਰਾਜ ਜੀ ਉਹ ਕੰਮ ਦਾਸਾਂ ਨੂੰ ਉਧਾਰਨ ਵਾਲਾ ਆਪ ਕਿਉਂ ਨਹੀਂ ਕਰਦੇ। ਪਰਮਾਰਥ ਕੇ ਹਿਤ ਸਿੱਖ ਆਬਾਦੀ, ਕਿਉਂਕਿ ਪਰਮਾਰਥ ਮੁਕਤੀ ਦੇ ਰਸਤੇ ਦੇ ਵਾਸਤੇ, ਧਰਮ ਦੇ ਰਸਤੇ ਦੇ ਵਾਸਤੇ ਜਿਹੜੇ ਸਿੱਖ ਆਬਾਦੀ ਹੋਣ, ਭਾਵ ਝਗੜਿਆਂ ਤੋਂ ਰਹਿਤ ਹੋਣ, ਬਾਦ ਹੋਰ ਰਸਤਿਆਂ ਤੋਂ ਰਹਿਤ ਹੋਣ, ਪਰਮਾਰਥ ਵਾਲੇ ਰਸਤੇ ਦੇ ਉੱਤੇ ਪੈਣ। ਦਾਸਨ ਕੋ ਉਪਦੇਸ਼ ਬਤਾਵੋ, ਮਹਾਰਾਜ ਜੀ ਕਿਰਪਾ ਕਰਕੇ ਸੇਵਕਾਂ ਨੂੰ ਉਪਦੇਸ਼ ਦੱਸੋ ਸ੍ਰੇਸ਼ਟ। ਨਾਮ ਜਪਾਵੋ ਜੇ ਪਰਮਾਦੀ, ਜਿਹੜਾ ਪ੍ਰਮਾਦੀ ਭਾਵ ਭੁੱਲੇ ਹੋਏ ਸਿੱਖ ਹੈ ਨਾ, ਜਿਹੜੇ ਭੁੱਲੀ ਹੋਈ ਲੁਕਾਈ ਹੈ, ਇਹਨੂੰ ਸਾਰੀ ਨੂੰ ਨਾਮ ਜਪਾਓ। ਸੰਗਤ ਬ੍ਰਿੰਦ ਕੀ ਪੰਗਤ ਮੈਂ, ਬਹੁਤੀਆਂ ਸੰਗਤਾਂ ਦੀਆਂ ਪੰਗਤਾਂ ਦੇ ਵਿੱਚ ਥਿਤ ਹੋਏ ਕਰੀ ਜਹ ਮੰਗਲ ਛਾਦੀ। ਮਹਾਰਾਜ ਜੀ ਆਪ ਟਿਕ ਕਰਕੇ ਜਿਹੜੇ ਆਨੰਦ ਮੰਗਲ ਕਰਨਾ ਕਰੋ, ਖੁਸ਼ੀਆਂ ਖੇੜੇ ਕਰਨਾ ਕਰੋ। ਦਾਸਨ ਕੀ ਬਿਨਤੀ ਸੁਨ ਕੈ, ਜਦੋਂ ਇਵੇਂ ਦਾਸਾਂ ਦੀਆਂ ਬੇਨਤੀਆਂ ਸੁਣੀਆਂ, ਗਿਣਤੀ ਤਜ ਆਨ ਸੋ ਬਾਹਰ ਆਏ। ਮਹਾਰਾਜ ਜੀ ਫਿਰ ਵਿਚਾਰਾਂ ਨੂੰ ਛੱਡ ਕਰਕੇ ਬਾਹਰ ਆ ਗਏ ਐ। ਪੀਤ ਹੈ ਰੰਗ ਸੋ ਦੁਬਰੇ ਅੰਗ, ਮਹਾਰਾਜ ਜੀ ਦੇ ਸਰੀਰ ਦਾ ਸਾਧ ਸੰਗਤ ਜੀ ਸਮਾਧੀ ਲਾਈ ਨੂੰ 6 ਮਹੀਨੇ ਹੋ ਗਏ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ, ਤੇ ਅੰਗ ਜਿਹੜੇ ਮਹਾਰਾਜ ਜੀ ਦੇ ਸਰੀਰ ਦੇ ਉਹ ਪੀਲੇ ਹੋਏ ਪਏ ਐ, ਸਰੀਰ ਦਾ ਰੰਗ ਪੀਲਾ ਹੋਇਆ ਪਿਆ।
ਅੰਗ ਜਿਹੜੇ ਕਮਜ਼ੋਰ ਹੋਏ ਪਏ ਐ। ਮੰਗ ਮਹਾਗੁਰ ਜਿਉ ਦਰਸਾਏ। ਪਰ ਸਿੱਖਾਂ ਨੂੰ ਇੰਨਾ ਉਤਸ਼ਾਹ ਹੈ ਜਿਵੇਂ ਮਹਾਰਾਜ ਜੀ ਨੇ ਫਿਰ ਜਦੋਂ ਦਰਸ਼ਨ ਦਿੱਤੇ ਐ। ਦੇਖਤ ਭੇ ਤਿਨ ਦਾਸਨ ਕੋ। ਜਦੋਂ ਦੇਖਿਆ ਆਪਣੇ ਉਹਨਾਂ ਦਾਸਾਂ ਸਾਰਿਆਂ ਸੇਵਕਾਂ ਨੂੰ, ਗੁਰ ਨਾਨਕ ਪਾਸ ਜੋ ਥੇ ਸਮੁਦਾਏ। ਜਿਹੜੇ ਪਹਿਲਾਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਸਨ ਸਾਰੇ ਹੀ, ਪ੍ਰੇਮ ਪ੍ਰਵਾਹ ਵਧਿਓ ਉਰ ਮੈਂ। ਮਹਾਰਾਜ ਜੀ ਦੇ ਹਿਰਦੇ ਦੇ ਵਿੱਚ ਸਾਧ ਸੰਗਤ ਜੀ ਪ੍ਰੇਮ ਪ੍ਰਵਾਹ ਵਧਿਓ। ਮਹਾਰਾਜ ਜੀ ਦੇ ਹਿਰਦੇ 'ਚ ਪ੍ਰੇਮ ਦਾ ਪ੍ਰਵਾਹ ਫਿਰ ਉਹਨਾਂ ਸਿੱਖਾਂ ਨੂੰ ਵੇਖ ਕੇ ਬੜਾ ਵਧਿਆ। ਉਚਰਿਓ ਤਬ ਏਕ ਸ਼ਲੋਕ ਬਨਾਏ। ਉਦੋਂ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਇੱਕ ਸ਼ਲੋਕ ਜਿਹੜਾ ਬਣਾ ਕਰਕੇ ਬਾਣੀ ਦੇ ਵਿੱਚ ਉਚਾਰਨ ਕੀਤਾ। ਸ਼੍ਰੀ ਮੁਖ ਵਾਕ ਮਹੱਲਾ ਦੂਜਾ, ਜਿਸ ਪਿਆਰੇ ਸਿਉ ਨੇਹੋ। ਸ਼੍ਰੋਮਣੀ ਮੁਖ ਤੋਂ ਵਾਕ ਭਾਵ ਵਚਨ ਮਹਾਰਾਜ ਜੀ ਨੇ ਕਥਨ ਕੀਤੇ। ਮਹੱਲਾ ਦੂਜਾ, ਦੂਜੇ ਗੁਰੂ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ, ਮਹਾਰਾਜ ਜੀ ਨੇ ਆਖਿਆ ਜਿਸ ਪਿਆਰੇ ਸਿਉ ਨੇਹੋ। ਜਿਸ ਪਿਆਰੇ ਦੇ ਨਾਲ ਨੇਹੋ ਭਾਵ ਪ੍ਰੇਮ ਹੋਵੇ, ਪਿਆਰ ਹੋਵੇ ਜਿਸ ਮਨੁੱਖ ਦੇ ਨਾਲ, ਜਿਸ ਪਿਆਰੇ ਦੇ ਨਾਲ, ਇਸ ਆਗੇ ਮਰ ਚੱਲੀਐ। ਜੇ ਪਤਾ ਲੱਗੇ ਨਾ ਕਿ ਉਹਨੇ ਹੁਣ ਮਰ ਜਾਣਾ ਆ ਜਾਂ ਉਹਦੇ ਸਵਾਸ ਖਤਮ ਹੋ ਜਾਣੇ ਆ, ਜਿਹਦੇ ਨਾਲ ਪ੍ਰੇਮ ਹੋਵੇ, ਜਿਹਦੇ ਨਾਲ ਪਿਆਰ ਹੋਵੇ, ਤਿਸ ਆਗੇ ਮਰ ਚੱਲੀਐ। ਆਗੇ ਦਾ ਅਰਥ ਹੈ ਪਹਿਲਾਂ ਹੀ, ਉਹ ਤੋਂ ਪਹਿਲਾਂ ਹੀ ਕਹਿੰਦੇ ਮਰ ਕਰਕੇ ਚਲੇ ਜਾਣਾ ਚਾਹੀਦਾ। ਪ੍ਰੇਮ ਤਾਂ ਸਾਧ ਸੰਗਤ ਜੀ ਦੁਨੀਆ ਦੇ ਵੀ ਬੜੇ ਐ, ਆਸ਼ਕੀਆਂ ਵਾਲਾ ਪ੍ਰੇਮ ਵੀ ਬੜਾ ਆ, ਪਰ ਸੱਚਾ ਪ੍ਰੇਮ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੇ ਨਾਲ ਹੁੰਦਾ, ਸੱਚਾ ਪ੍ਰੇਮ ਗੁਰੂ ਦੇ ਨਾਲ ਹੁੰਦਾ ਆ। ਬਾਕੀ ਪ੍ਰੇਮ ਸਾਰੇ ਝੂਠੇ ਐ, ਕੋਈ ਕਿਸੇ ਵਾਸਤੇ ਨਹੀਂ ਮਰਦਾ। ਆਪਾਂ ਵੇਖ ਲਈਏ ਦੁਨੀਆ ਦੇ ਪ੍ਰੇਮ ਬੜੇ ਆ ਨਾ, ਆਸ਼ਕੀ ਵਾਲਾ ਵੀ ਬੜਾ ਪ੍ਰੇਮ ਕਹਿੰਦੇ ਐ, ਪਰ ਮਰਦਾ ਮੁਰਦਾ ਕੋਈ ਨਹੀਂ ਕਿਸੇ ਦੇ ਵਾਸਤੇ। ਸਾਰੇ ਗੱਲਾਂ ਹੀ ਕਰਦੇ ਐ ਕਿ ਮੇਰਾ ਤੇਰੇ ਨਾਲ ਇੰਨਾ ਪ੍ਰੇਮ ਹੈ, ਮੈਂ ਤੇਰੇ ਵਾਸਤੇ ਆਹ ਕਰ ਦੂੰ, ਵਾਹ ਕਰ ਦੂੰ, ਮਰ ਜੂ, ਐ ਕਰ ਲੂੰ, ਪਰ ਕਦੇ ਕਰਦਾ ਸਾਧ ਸੰਗਤ ਜੀ ਕੋਈ ਵੇਖਿਆ? ਹੀਰ ਨੇ ਰਾਂਝਾ ਮਰਵਾਏ ਦਿੱਤਾ ਸੀ ਨਾ ਤੀਰਾਂ ਦੇ ਨਾਲ, ਉਹਨਾਂ ਦੇ ਪ੍ਰੇਮ ਦੀ ਉਦਾਹਰਨ ਦਿੱਤੀ ਜਾਂਦੀ ਹੈ ਨਾ ਦੁਨੀਆ ਦੇ ਵਿੱਚ ਸਭ ਤੋਂ ਵੱਡੀ, ਕਿ ਹੀਰ ਰਾਂਝੇ ਦੀ ਕਹਾਣੀਆਂ ਬੜੀਆਂ ਪੜ੍ਹਾਈਆਂ ਜਾਂਦੀਆਂ ਕਾਲਜਾਂ ਸਕੂਲਾਂ ਦੇ ਅੰਦਰ। ਬੜੇ ਜਵਾਨ ਜਿਹੜੇ ਮੁੰਡੇ ਕੁੜੀਆਂ ਇਹ ਕਹਾਣੀਆਂ ਕਰਦੇ ਐ ਵੀ ਸਾਡਾ ਹੀਰ ਰਾਂਝੇ ਵਰਗਾ ਪ੍ਰੇਮ ਹੈ, ਪਰ ਉਹਨਾਂ ਦੀ ਕਹਾਣੀ ਕਿਤੇ ਪੜ੍ਹਿਓ ਸਾਧ ਸੰਗਤ ਜੀ, ਉਹ ਹੀਰ ਨੇ ਰਾਂਝਾ ਫਿਰ ਮਰਵਾਏ ਦਿੱਤਾ ਸੀ ਨਾ ਤੀਰਾਂ ਦੇ ਨਾਲ। ਉਹ ਕਾਹਦਾ ਪ੍ਰੇਮ ਹੋਇਆ? ਪ੍ਰੇਮ ਤਾਂ ਇਹ ਹੈ ਗੁਰੂ ਘਰ ਦੇ ਵਿੱਚ ਪ੍ਰੇਮ ਦੀ ਸਾਧ ਸੰਗਤ ਜੇ ਵੇਖਣੀ ਨਾ, ਪ੍ਰੇਮ ਦੀ ਭਾਸ਼ਾ ਜੇ ਸਿੱਖਣੀ ਹੈ, ਜੇ ਪ੍ਰੇਮ ਸਿੱਖਣਾ ਆ ਤਾਂ ਗੁਰੂ ਘਰ ਦੇ ਵਿੱਚੋਂ ਸਿੱਖੋ ਕਿ ਗੁਰੂ ਕੇ ਸਿੱਖਾਂ ਨੇ ਮਹਾਰਾਜ ਦੇ ਨਾਲ ਕਿੰਨਾ ਪ੍ਰੇਮ ਕੀਤਾ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਪ੍ਰੇਮ ਕੀਤਾ ਭਾਈ ਮਰਦਾਨਾ ਭਾਈ ਬਾਲਾ ਜੀ ਨੇ। ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਸਿੱਖਾਂ ਨੇ ਪ੍ਰੇਮ ਕੀਤਾ। ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਪ੍ਰੇਮ ਕੀਤਾ। ਇਹਨਾਂ ਦੀ ਸੰਗਤ ਦੇ ਵਿੱਚ ਰਹਿ ਕੇ ਸੇਵਾ ਕੀਤੀ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਿੰਨੇ ਸਿੱਖ ਪ੍ਰੇਮ ਕਰਦੇ ਸੀ? ਸਤਿਗੁਰੂ ਜੀ ਨੂੰ। ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਪ੍ਰੇਮ ਕੀਤਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਪ੍ਰੇਮ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਸਿੱਖਾਂ ਨੇ ਪ੍ਰੇਮ ਕੀਤਾ। ਜੇ ਆਪਾਂ ਲਾ ਲਈਏ ਸ਼ਹੀਦੀਆਂ ਦੇ ਪਾਸੇ ਨੂੰ ਤਾਂ ਧੰਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖਾਂ ਨੇ ਮਹਾਰਾਜ ਦੇ ਨਾਲ ਕਿੰਨਾ ਪ੍ਰੇਮ ਕੀਤਾ। 1700 ਸਿੰਘ ਸੀ, 1000 ਸਿੰਘ ਤਾਂ ਸ਼ਹੀਦ ਹੋ ਗਿਆ ਸੀ ਜਦੋਂ 8 ਮਹੀਨੇ ਘੇਰਾ ਪਿਆ ਰਿਹਾ ਸ਼੍ਰੀ ਅਨੰਦਪੁਰ ਸਾਹਿਬ। ਪਰ 700 ਸਿੰਘ ਜਿਹੜੇ ਮਹਾਰਾਜ ਨੂੰ ਕਹਿਣ ਲੱਗੇ ਕਿ ਹੁਣ ਸਾਡੇ ਕੋਲੋਂ ਭੁੱਖ ਨਹੀਂ ਸਹਾਰੀ ਜਾਂਦੀ, ਮਹਾਰਾਜ ਅਸੀਂ ਜਾਣਾ ਚਾਹੁੰਦੇ ਹਾਂ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਕਿ ਸਾਡੇ ਕੋਲ ਲਿਖਤ ਲਿਖ ਕੇ ਦੇ ਦਿਓ ਤੇ ਚਲੇ ਜਾਓ। ਉਹਨਾਂ 700 ਸਿੰਘਾਂ ਨੇ ਸਾਧ ਸੰਗਤ ਜੀ ਲਿਖਤ ਲਿਖ ਕੇ ਦੇ ਵੀ ਦਿੱਤੀ ਸੀ, ਤੇ ਮਗਰ 40 ਸਿੰਘ ਜਿਹੜੇ ਰਹਿ ਗਏ ਸੀ ਮਹਾਰਾਜ ਜੀ ਉਹਨਾਂ ਨੂੰ ਕਹਿਣ ਲੱਗੇ ਕਿ ਤੁਸੀਂ ਵੀ ਲਿਖ ਦਿਓ ਲਿਖਤ। ਕਹਿੰਦੇ ਮਹਾਰਾਜ ਅਸੀਂ ਨਹੀਂ ਲਿਖਣੀ, ਜਿੱਥੇ ਤੁਸੀਂ ਜਾਣਾ ਉੱਥੇ ਅਸੀਂ ਜਾਵਾਂਗੇ। ਸਾਧ ਸੰਗਤ ਜੀ 8 ਮਹੀਨੇ ਘੇਰਾ ਪਿਆ ਰਿਹਾ, ਤੇ ਕਿੰਨਾ ਪ੍ਰੇਮ ਹੋਊਗਾ ਸਿੱਖਾਂ ਦਾ ਮਹਾਰਾਜ ਦੇ ਨਾਲ। ਵੀ 8 ਮਹੀਨੇ ਖਾਧਾ ਪੀਤਾ ਹੀ ਕੁਛ ਨਹੀਂ, ਅੰਨ ਦਾ ਦਾਣਾ ਤੱਕ ਨਹੀਂ ਖਾਣ ਨੂੰ ਮਿਲਿਆ।
ਰੁੱਖਾਂ ਦੀਆਂ ਛਿਲਕਾਂ ਜਿਹੜੀਆਂ ਉਬਾਲ ਕੇ ਖਾਂਦੇ ਰਹੇ, ਪਰ ਮਹਾਰਾਜ ਦਾ ਸਾਥ ਨਹੀਂ ਛੱਡਿਆ। ਕਿੰਨਾ ਪ੍ਰੇਮ ਹੋਊਗਾ 40 ਸਿੱਖਾਂ ਦਾ ਚਮਕੌਰ ਸਾਹਿਬ ਦੀ ਗੜ੍ਹੀ ਦੇ ਅੰਦਰ, ਕਿ ਮਹਾਰਾਜ ਜੀ ਦੇ ਵਾਸਤੇ 10 ਲੱਖ ਫੌਜ ਦੇ ਨਾਲ ਲੜ ਗਏ, ਤੇ ਮਹਾਰਾਜ ਨੇ ਫਿਰ ਉਹਨਾਂ ਦੇ ਪਿੱਠ ਸਾਧ ਸੰਗਤ ਜੀ ਪੂਰੀ ਹੈ ਨਾ ਵੀ ਇੱਕ ਜਿਹੜਾ ਸਿੰਘ 1.25 ਲੱਖ ਦੇ ਨਾਲ ਲੜਾਇਆ ਮਹਾਰਾਜ ਨੇ। ਇਹ ਹੈ ਸਾਧ ਸੰਗਤ ਜੀ ਪ੍ਰੇਮ ਦੀ ਭਾਸ਼ਾ। ਜੇ ਪ੍ਰੇਮ ਕੀਤਾ ਭਾਈ ਨੰਦ ਲਾਲ ਜੀ ਨੇ ਕੀਤਾ, ਪ੍ਰੇਮ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ, ਜਿਹੜੇ ਸਿੱਖ ਦੇਗਾਂ 'ਚ ਸ਼ਹੀਦ ਹੋਏ, ਜਿਨ੍ਹਾਂ ਸਿੱਖਾਂ ਨੇ ਰੂਹ ਲਪੇਟ ਕੇ ਆਪਣੇ ਆਪ ਨੂੰ ਅੱਗਾ ਲਵਾਈਆਂ, ਉਹ ਸਾਧ ਸੰਗਤ ਜੀ ਸਿੱਖਾਂ ਦਾ ਪ੍ਰੇਮ ਸੱਚਾ। ਜੇ ਪ੍ਰੇਮ ਕੀਤਾ ਭਾਈ ਮਨੀ ਸਿੰਘ ਨੇ ਕੀਤਾ ਮਹਾਰਾਜ ਨੂੰ ਪ੍ਰੇਮ, ਕਿ ਆਪਣਾ ਬੋਟਾ ਜਿਹੜਾ ਭਾਈ ਮਨੀ ਸਿੰਘ ਜੀ ਨੇ ਕਟਵਾਇਆ। ਜੇ ਪ੍ਰੇਮ ਕੀਤਾ ਧੰਨ ਬਾਬਾ ਦੀਪ ਸਿੰਘ ਜੀ ਨੇ ਕੀਤਾ। ਵੇਖੋ ਸਾਧ ਸੰਗਤ ਜੀ ਕਿੱਡਾ ਪ੍ਰੇਮ ਕੀਤਾ, ਕਿ ਜਿਹੜਾ ਸੀਸ ਧੜ ਦੇ ਨਾਲੋਂ ਵੱਖਰਾ ਵੀ ਹੋ ਗਿਆ, ਪਰ ਫਿਰ ਵੀ ਕਿੰਨਾ ਪ੍ਰੇਮ ਗੁਰੂ ਦੇ ਨਾਲ ਹੋਵੇਗਾ, ਕਿ ਤਲੀ ਦੇ ਉੱਤੇ ਸੀਸ ਰੱਖ ਕੇ ਤੇ ਸਵਾ ਸੇਰ ਦਾ ਜਿਹੜਾ ਖੰਡਾ ਵਾਹੁੰਦੇ ਗਏ, ਤੇ ਮਹਾਰਾਜ ਨੂੰ ਸੀਸ ਭੇਟਾ ਕੀਤਾ ਜਾ ਕੇ। ਇਹ ਹੈ ਪ੍ਰੇਮ ਦੀ ਭਾਸ਼ਾ। ਜੇ ਸਿੱਖ ਪ੍ਰੇਮ ਕਰਦਾ, ਫਿਰ ਗੁਰੂ ਵੀ ਪ੍ਰੇਮ ਕਰਦਾ ਆ। ਪ੍ਰੇਮ ਫਿਰ ਨਿਭਦਾ ਵੀ ਸਿਰੇ ਤੱਕ ਹੈ। ਬਾਬਾ ਦੀਪ ਸਿੰਘ ਦਾ ਪ੍ਰੇਮ ਸਿਰੇ ਤੱਕ ਨਿਭਿਆ ਸਾਧ ਸੰਗਤ ਜੀ। ਭਾਵੇਂ ਸੀਸ ਵੱਖਰਾ ਵੀ ਹੋ ਗਿਆ ਧੜ ਦੇ ਨਾਲੋਂ, ਪਰ ਸਵਾਸ ਫਿਰ ਵੀ ਚੱਲਦੇ ਰਹੇ, ਖੰਡਾ ਫਿਰ ਵੀ ਵਾਹਿਆ। ਕਿੱਥੇ ਆ ਉਹ ਯਾਦਗਾਰ ਸਾਧ ਸੰਗਤ ਜੀ, ਜਿੱਥੇ ਸੀਸ ਬਾਬਾ ਦੀਪ ਸਿੰਘ ਜੀ ਦਾ ਲੱਥਿਆ, ਤੇ ਜਾ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਦੀਆਂ ਪ੍ਰਕਰਮਾਂ 'ਚ ਜਾ ਕੇ ਭੇਟਾ ਕੀਤਾ। ਇਹ ਹੈ ਪ੍ਰੇਮ। ਪ੍ਰੇਮ ਹੈ ਸਾਧ ਸੰਗਤ ਜੀ ਭਾਈ ਤਾਰੂ ਸਿੰਘ ਦਾ, ਜਿਨ੍ਹਾਂ ਨੇ ਆਪਣੇ ਸੀਸ ਦੀ ਖੋਪੜੀ ਲਵਾ ਕੇ ਵੀ 22 ਦਿਨ ਜਿਉਂਦੇ ਰਹੇ, 22 ਦਿਨ ਬਾਣੀ ਪੜ੍ਹਦੇ ਰਹੇ। ਹੈ ਗੁਰੂ ਦੇ ਨਾਲ ਪ੍ਰੇਮ। ਆਹ ਦੁਨੀਆ ਵਾਲੇ ਪ੍ਰੇਮ ਤਾਂ ਸਾਧ ਸੰਗਤ ਜੀ ਕੁਝ ਵੀ ਨਹੀਂ, ਇਹ ਤਾਂ ਥੋੜੇ ਚਿਰ ਵਾਸਤੇ ਹੁੰਦੇ ਆ। ਇਹ ਤਾਂ ਮਾਇਆ ਦਾ ਹੀ ਸਾਰਾ ਰੋਲਾ ਹੁੰਦਾ, ਜਿਹਦੀ ਜੇਬ ਦੇਖੀ ਭਾਰੀ ਲਾ ਲਈ ਉਹਦੇ ਨਾਲ ਯਾਰੀ। ਇਹ ਤਾਂ ਸਾਧ ਸੰਗਤ ਜੀ ਝੂਠੇ ਪ੍ਰੇਮ ਹੈ। ਧੰਨ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹਨੇ ਪ੍ਰੇਮ ਕੀਤਾ ਨਾ ਸੱਚਾ ਪ੍ਰੇਮ ਸੱਚਾ, ਉਹਨੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸ਼ਲੋਕ ਉਚਾਰਨ ਕੀਤਾ, ਜਿਸ ਪਿਆਰੇ ਸਿਉ ਨੇਹੋ ਤਿਸ ਆਗੈ ਮਰ ਚੱਲੀਐ। ਪਿਆਰਾ ਸਾਰਿਆਂ ਤੋਂ ਕੌਣ ਹੈ? ਪਰਮੇਸ਼ਰ ਵਾਹਿਗੁਰੂ। ਸਿੱਖ ਨੂੰ ਸਭ ਤੋਂ ਪਿਆਰਾ ਆਪਣਾ ਗੁਰੂ ਚਾਹੀਦਾ ਆ, ਸਭ ਤੋਂ ਪਹਿਲੇ ਨੰਬਰ ਤੇ। ਹੋਰ ਕੁਝ ਵੀ ਪਿਆਰਾ ਨਹੀਂ ਚਾਹੀਦੀ। ਦੁਨੀਆ ਦੀ ਜਿੱਡੀ ਮਰਜ਼ੀ ਮਾਇਆ ਦੌਲਤ ਹੋਵੇ, ਜਿੱਡਾ ਮਰਜ਼ੀ ਕੋਈ ਮਨੁੱਖ ਲਾਗੇ ਹੋਵੇ, ਜਿੱਡਾ ਮਰਜ਼ੀ ਕੋਈ ਪ੍ਰੇਮ ਕਰਦਾ ਹੋਵੇ, ਪਰ ਪਿਆਰ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਪਿਆਰਾ ਗੁਰੂ ਚਾਹੀਦਾ ਹੈ। ਮਹਾਰਾਜ ਦੀ ਬਾਣੀ ਪਿਆਰੀ ਚਾਹੀਦੀ ਹੈ, ਮਹਾਰਾਜ ਦਾ ਨਾਮ ਪਿਆਰਾ ਚਾਹੀਦਾ। ਮੈਂ ਤੁਹਾਨੂੰ ਇੱਕ ਬਚਨ ਯਾਦ ਕਰਾਵਾਂ। ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ, ਜਦੋਂ ਉਹਨਾਂ ਨੇ ਸਰੀਰ ਤਿਆਗਿਆ ਨਾ, ਤਾਂ ਇੱਕ ਜਥੇ ਦੇ ਵਿੱਚ ਸਿੰਘ ਰਹਿੰਦੇ ਹੁੰਦੇ ਸੀ, ਜਿਨ੍ਹਾਂ ਦਾ ਨਾਮ ਸੀ ਭਾਈ ਗੁਰਮੁਖ ਸਿੰਘ ਉੜੀਸਾ। ਉਹਦਾ ਮਹਾਂਪੁਰਖਾਂ ਦੇ ਨਾਲ ਬਹੁਤਾ ਹੀ ਜ਼ਿਆਦਾ ਪ੍ਰੇਮ ਸੀ। ਜਦੋਂ ਮਹਾਂਪੁਰਖਾਂ ਦੇ ਸਰੀਰ ਦਾ ਸੰਸਕਾਰ ਕਰਨ ਵਾਸਤੇ ਕੀਰਤਪੁਰ ਸਾਹਿਬ ਪਤਾਲਪੁਰੀ ਲਿਆਂਦਾ ਗਿਆ, ਉਸ ਵੇਲੇ ਸਾਰਾ ਸਿਵਾ ਚਿੜ ਹੋ ਗਿਆ, ਤੇ ਸਿਵੇ ਨੂੰ ਜਿਹੜੀ ਚੰਡਾ ਸੀ ਉਹ ਵੀ ਦੇਤਾ, ਅੱਗ ਵੀ ਲੱਗ ਗਈ ਐਨ ਸਿਵੇ ਨੂੰ, ਲੱਕੜਾਂ ਵੀ ਮੱਚਦੀਆਂ ਪੂਰੀਆਂ, ਸੋਹਲਾ ਸਾਹਿਬ ਪੜ੍ਹਿਆ ਜਾ ਰਿਹਾ। ਤੇ ਇੱਧਰ ਭਾਈ ਗੁਰਮੁਖ ਸਿੰਘ ਉੜੀਸਾ ਦੇ ਮਨ ਦੇ ਵਿੱਚ ਵਿਰਾਗ, ਕਿ ਮੈਂ ਮਹਾਂਪੁਰਖਾਂ ਨੂੰ ਨਹੀਂ ਛੱਡ ਸਕਦਾ, ਮੇਰਾ ਇਹਨਾਂ ਦੇ ਨਾਲ ਬੜਾ ਪ੍ਰੇਮ ਹੈ, ਇਹਨਾਂ ਨੇ ਮੈਨੂੰ ਜੀਵਨ ਦੀਆਂ ਜਾਚਾਂ ਦਸੀਆਂ। ਉਹਨਾਂ ਨੇ ਸਾਧ ਸੰਗਤ ਜੀ ਪ੍ਰੇਮ ਦੇ ਵਿੱਚ ਆ ਕੇ ਸਿਵੇ ਦੇ ਉੱਤੇ ਭੱਜ ਕੇ ਛਾਲ ਮਾਰ ਕੇ ਮਹਾਂਪੁਰਖਾਂ ਨੂੰ ਜੱਫੀ ਪਾ ਲਈ, ਤਾਂ ਉਹ ਵੀ ਨਾਲ ਹੀ ਸਾਧ ਸੰਗਤ ਜੀ ਅਗਨ ਭੇਟ ਉਹਨਾਂ ਦਾ ਸਰੀਰ ਹੋ ਗਿਆ। ਇਹ ਹੈ ਜਿਸ ਪਿਆਰੇ ਸਿਉ ਨੇਹੋ ਤਿਸ ਆਗੈ ਮਰ ਚੱਲੀਐ। ਇਹ ਹੈ ਸੱਚਾ ਪ੍ਰੇਮ, ਕੇ ਗੁਰੂ ਕੇ ਸੰਤਾਂ ਦੇ ਨਾਲ ਸਾਧੂਆਂ ਦੇ ਨਾਲ ਪ੍ਰੇਮ ਕਰਨ ਵਾਸਤੇ ਉਸ ਗੁਰੂ ਕੇ ਸਿੱਖ ਨੇ ਸਾਧ ਸੰਗਤ ਜੀ ਆਪਣਾ ਸਰੀਰ ਹੀ ਭੇਟਾ ਕਰ ਦਿੱਤਾ, ਆਪਣੇ ਜਿਉਂਦੇ ਜੀ ਆਪਣਾ ਸਰੀਰ ਅਗਨ ਭੇਟ ਕਰ ਦਿੱਤਾ। ਤੇ ਉਹਨਾਂ ਭਾਈ ਗੁਰਮੁਖ ਸਿੰਘ ਉੜੀਸਾ ਦੇ ਨਾਂ ਤੇ ਦਮਦਮੀ ਟਕਸਾਲ ਮਹਿਤੇ ਦੇ ਅੰਦਰ ਇੱਕ ਇਮਾਰਤ ਵੀ ਬਣੀ ਸੀ ਬੜੀ ਵੱਡੀ, ਉਹ ਹੁਣ ਦੁਬਾਰਾ ਬਣਾਉਣ ਲੱਗੇ ਆ। ਉਹਨਾਂ ਦਾ ਜੀਵਨ ਵੀ ਬੜਾ ਤਕੜਾ ਹੈ। ਤੋ ਮਹਾਰਾਜ ਜੀ ਕਹਿੰਦੇ ਭਾਈ ਜਿਹਦੇ ਨਾਲ ਪ੍ਰੇਮ ਹੋਵੇ ਉਹ ਤੋਂ ਪਹਿਲਾਂ ਹੀ ਮਰ ਕਰਕੇ ਚਲੇ ਜਾਣਾ ਚਾਹੀਦਾ ਹੈ। ਗੁਰੂ ਅੰਗਦ ਦੇਵ ਮਹਾਰਾਜ ਵਿਰਾਗ 'ਚ ਸ਼ਲੋਕ ਉਚਾਰਨ ਕਰ ਰਹੇ ਹੈ। ਵਿਰਾਗ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਾਸਤੇ ਸ਼ਲੋਕ ਉਚਾਰਨ ਕਰ ਰਹੇ ਆ। ਇਹ ਹੈ ਸਾਧ ਸੰਗਤ ਜੀ ਪ੍ਰੇਮ ਦੀਆਂ ਬਾਤਾਂ। ਇਹ ਗੁਰੂ ਘਰ ਦੇ ਵਿੱਚ ਇਹ ਪ੍ਰੇਮ ਹੈ, ਗੁਰੂ ਘਰ ਦੇ ਵਿੱਚ ਹੋਰ ਪ੍ਰੇਮ ਪ੍ਰਵਾਨ ਨਹੀਂ। ਅੱਜ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੈ। ਸਾਧ ਸੰਗਤ ਜੀ ਪ੍ਰੇਮ ਕੀਤਾ ਆਪਣੇ ਪਿਤਾ ਸਤਿਗੁਰਾਂ ਨੂੰ, ਪ੍ਰੇਮ ਕਰਕੇ ਜਿਹੜੀ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦੀਆਂ ਪਾਈਆਂ।
ਐਸੇ ਮਹਾਰਾਜ ਜੀ ਦੇ ਸਿੱਖ ਪ੍ਰੇਮ ਕਰਨ ਵਾਲੇ। ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਕਹਿੰਦੇ ਤ੍ਰਿਗਾਕਾਰ ਹੈ ਸੰਸਾਰ ਦੇ ਵਿੱਚ ਜੂਣਾ ਉਸ ਦੇ ਪਿੱਛੋਂ ਜਿਹਦੇ ਨਾਲ ਪ੍ਰੇਮ ਹੋਵੇ। ਸਵਈਆ ਸ਼੍ਰੀ ਮੁਖ ਤੇ ਇਮ ਬੋਲ ਪ੍ਰਭੂ। ਸ਼੍ਰੋਮਣੀ ਮੁਖ ਤੋਂ ਐਵੇਂ ਮਹਾਰਾਜ ਜੀ ਬੋਲੇ। ਸਭ ਬੀਚ ਗੁਰੂ ਤਬ ਬੈਠ ਗਏ। ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਆ ਕੇ ਫਿਰ ਸਾਰਿਆਂ ਸਿੱਖਾਂ ਦੇ ਵਿੱਚ ਸੱਜ ਗਏ। ਜੇ ਸਿੱਖ ਹੈ ਸਮੁਦਾਏ। ਜਿਹੜੇ ਸਿੱਖ ਸਾਰੇ ਸਮੁਦਾਏ ਤਾਹਾਂ ਉੱਥੇ ਹਨ। ਤਿਨ ਕੇ ਤਿਨ ਦੇ ਦਰਸ਼ਨ ਪਰਸਨ ਗਏ। ਮਹਾਰਾਜ ਜੀ ਨੂੰ ਉਹਨਾਂ ਨੂੰ ਦਰਸ਼ਨ ਦੇ ਕੇ ਪ੍ਰਸੰਨ ਕੀਤਾ। ਧੀਰਜ ਦੀਨ ਭਜੋ ਸਤਨਾਮ। ਉਸ ਵੇਲੇ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਸਾਰਿਆਂ ਸਿੱਖਾਂ ਨੂੰ ਧੀਰਜ ਦਿੱਤਾ ਕਿ ਭਾਈ ਸੱਚੇ ਨਾਮ ਦਾ ਜਾਪ ਕਰੋ। ਰਹੇ ਤਿਸ ਧਾਮ ਆਹਾਰ ਖਾਏ। ਫਿਰ ਮਹਾਰਾਜ ਜੀ ਉੱਥੇ ਘਰ ਦੇ ਵਿੱਚ ਰਹੇ ਤੇ ਭੋਜਨ ਛਕਿਆ। ਦਾਸ ਲਗੇ ਪਗ ਸੇਵਨ ਕੋ। ਮਹਾਰਾਜ ਜੀ ਦੇ ਦਾਸ ਸੇਵਕ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਨ ਲੱਗੇ। ਅੰਬੇਵ ਬਿਨਾ ਗੁਰਦੇਵ ਥੀਏ। ਤੇ ਮਹਾਰਾਜ ਜੀ ਹੰਕਾਰ ਤੋਂ ਰਹਿਤ ਜਿਨ੍ਹਾਂ ਦੀ ਬਿਰਤੀ ਟਿਕੇ ਹਨ ਗੁਰਤਾ ਗੱਦੀ ਤੇ। ਜੋ ਸਿੱਖ ਸੇਵਕ ਸ੍ਰੀ ਗੁਰੂ ਨਾਨਕ। ਜਿਹੜੇ ਸੇਵਕ ਸਿੱਖ ਸ਼੍ਰੋਮਣੀ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ। ਸੋ ਸੁਨ ਕੈ ਸਭ ਆਵਤ ਹੈ। ਉਹ ਇਸ ਗੱਲ ਨੂੰ ਸੁਣ ਕਰਕੇ ਸਾਰੇ ਆ ਰਹੇ ਹੈ ਮਹਾਰਾਜ ਜੀ ਦੇ ਕੋਲ ਕਿ ਹੁਣ ਗੁਰਤਾ ਗੱਦੀ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਮਿਲੀ ਹੈ। ਗਾਦੀ ਲਈ ਗੁਰਤਾ ਗੁਰ ਅੰਗਦ। ਇਸ ਵਿਚਾਰ ਕਰਕੇ ਆ ਰਹੇ ਕਿ ਹੁਣ ਗੁਰਤਾ ਗੱਦੀ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਲੈ ਲਈ। ਸੋ ਵਿਦ ਤੇ ਸੁਨ ਪਾਵਤ ਹੈ। ਉਹ ਸੁਣ ਕਰਕੇ ਇਸ ਗੱਲ ਨੂੰ ਪ੍ਰਾਪਤ ਕਰਦੇ ਆ ਕਿ ਗੁਰੂ ਅੰਗਦ ਦੇ ਮਹਾਰਾਜ ਜੀ ਹੁਣ ਗੁਰੂ ਪ੍ਰਗਟ ਹੋਏ ਐ। ਦੇਖਤ ਜੋਤ ਮਹਾਮੁਖ ਜਾਗਤ। ਵੇਖਦੇ ਆ ਕਰਕੇ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਮੁਖ ਤੇ ਉੱਤੇ ਜਿਹੜੀ ਜੋਤ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਹੋਈ ਜਗ ਰਹੀ ਹੈ। ਜਿਉ ਨਟ ਸਾਂਗ ਬਨਾਵਤ ਹੈ। ਮੰਨ ਲੈਣਾ ਕਰੋ ਜਿਵੇਂ ਕਹਿੰਦੇ ਬਾਜੀਗਰ ਇੱਕ ਭੇਖ ਬਣਾਉਂਦਾ ਹੈ। ਏਕ ਹੀ ਵੇਖ ਅਨੇਕ ਧਰੇ। ਹੁੰਦਾ ਤਾਂ ਬਾਜੀਗਰ ਇੱਕ ਹੀ ਪਰ ਸਟੇਜ ਦੇ ਉੱਤੇ ਆ ਕੇ ਵੱਖੋ ਵੱਖਰੇ ਆਪਣੇ ਭੇਖ ਜਿਹੜੇ ਬਣਾ ਕਰਕੇ ਵਿਖਾਉਂਦਾ। ਕਦੇ ਕੁਝ ਬਣ ਜਾਂਦਾ ਕਦੇ ਕੁਝ ਬਣ ਜਾਂਦਾ ਪਰ ਹੁੰਦਾ ਆਪ ਹੀ ਇੱਕ ਕੱਲਾ ਹੀ। ਸਭ ਲੋਕਨ ਕੋ ਬਿਰਮਾਵਤ ਹੈ। ਸਾਰਿਆਂ ਲੋਕਾਂ ਨੂੰ ਭਰਮਾਉਂਦਾ ਹੈ ਕਿ ਮੈਂ ਹੋਰ ਬੰਦਾ ਏਦਾਂ ਬਦਲ ਬਦਲ ਕੇ ਹੋਰ ਭੇਸ ਬਣਾ ਕਰਕੇ ਆਉਂਦਾ ਪਰ ਮਨੁੱਖ ਇੱਕ ਹੀ ਹੁੰਦਾ। ਗੁਰਤਾ ਰਥ ਪੈ ਗੁਰ ਸੂਰਜ ਦੂਸਰ। ਜਾਂ ਮੰਨ ਲੈਣਾ ਕਰੋ ਕਹਿੰਦੇ ਗੁਰਤਾ ਰਥ ਜਿਹੜਾ ਗੁਰਤਾ ਗੱਦੀ ਰੂਪੀ ਰਥ ਹੈ ਜਿਵੇਂ ਇੱਕ ਸੂਰਜ ਦੂਸਰਾ ਰਥ ਬਦਲਦਾ ਆ ਇਵੇਂ ਸੂਰਜ ਰੂਪੀ ਗੁਰੂ ਹਨ ਤੇ ਗੁਰਤਾ ਗੱਦੀ ਰੂਪੀ ਜਿਹੜਾ ਰਥ ਹੈ ਇਹਦੇ ਉੱਤੇ ਦੂਸਰੇ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਟਿਕੇ ਹਨ। ਮਾਸ ਬੀਤੇ ਤਨ ਰਾਜਤ ਹੈ। ਜਿਵੇਂ ਮਹੀਨਾ ਬੀਤਣ ਤੋਂ ਸੂਰਜ ਆਪਣਾ ਰਥ ਬਦਲਦਾ ਹੈ ਇਵੇਂ ਗੁਰਤਾ ਗੱਦੀ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਬਾਅਦ ਦੂਸਰਾ ਗੁਰਤਾ ਗੱਦੀ ਰਥ ਦੇ ਉੱਤੇ ਦੂਸਰੇ ਸਰੂਪ ਹੀ ਉਹੀ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਟਿਕੇ ਹਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਸਰੂਪ ਚ। ਮੋਹੇ ਅੰਧੇਰ ਕੋ ਦੂਰ ਕਰੈ। ਜਿਹੜਾ ਮੋਹ ਰੂਪੀ ਹਨੇਰਾ ਉਹਨੂੰ ਦੂਰ ਕਰਦੇ ਐ। ਅਗ ਚੋਰ ਸ਼ਿਤਾਬ ਹੀ ਭਾਜਦ ਹੈ। ਅਗ ਪਾਪ ਤੇ ਜਿਹੜੇ ਚੋਰ ਐ ਉਹ ਛੇਤੀ ਭੱਜਦੇ ਆ ਸੰਸਾਰ ਅੰਦਰੋਂ। ਬ੍ਰਿੰਦ ਖਿਰੇ ਅਰਬਿੰਦ ਮਹਾਸਿੱਖ। ਬ੍ਰਿੰਦ ਖਿਰੇ ਅਰਬਿੰਦ ਮਹਾਸਿੱਖ ਜਿਹੜੇ ਸਮੂਹ ਕਮਲਾਂ ਰੂਪੀ ਸਿੱਖ ਹੈ ਨਾ ਉਹ ਜਿਵੇਂ ਸੂਰਜ ਨੂੰ ਦੇਖ ਕੇ ਕਮਲ ਦਾ ਫੁੱਲ ਖਿੜ ਜਾਂਦਾ ਐਵੇਂ ਸੂਰਜ ਰੂਪੀ ਧੰਨ ਗੁਰੂ ਅੰਗਦ ਦੇ ਮਹਾਰਾਜ ਨੂੰ ਵੇਖ ਕਰਕੇ ਜਿਹੜੇ ਕਮਲਾਂ ਰੂਪੀ ਸਿੱਖਾਂ ਦੇ ਹਿਰਦੇ ਆ ਉਹਨਾਂ ਦੀਆਂ ਜਿਹੜੀਆਂ ਕਲੀਆਂ ਉਹ ਖਿੜਦੀਆਂ ਹਨ। ਪੇਚਕ ਨਿੰਦਕ ਲਾਜਤ ਹੈ। ਤੇ ਜਿਹੜੇ ਉੱਲੂਆਂ ਵਰਗੇ ਨਿੰਦਕ ਹੈ ਦਿਨ ਚੜੇ ਉੱਲੂ ਨੂੰ ਦਿਖਦਾ ਨਹੀਂ ਹੈ ਤੇ ਉਹ ਕਹਿੰਦਾ ਕਿ ਸੂਰਜ ਹੈ ਹੀ ਨਹੀਂ ਕਹਿੰਦਾ ਦਿਨ ਕੀ ਹੁੰਦਾ ਕਹਿੰਦਾ ਰਾਤ ਹੀ ਸਾਰਾ ਕੁਝ ਹੈ। ਇਵੇਂ ਜਿਹੜੇ ਐਸੇ ਨਿੰਦਕ ਹੈ ਉਹ ਸ਼ਰਮਿੰਦਾ ਹੁੰਦੇ ਆ। ਹੋਤ ਪ੍ਰਕਾਸ਼ ਚਹੂ ਦਿਸ਼ ਮੈਂ। ਜੋ ਦਿਸ਼ਾਵਾਂ ਦੇ ਵਿੱਚ ਪ੍ਰਕਾਸ਼ ਜਿਵੇਂ ਸੂਰਜ ਦਾ ਹੁੰਦਾ ਐਵੇਂ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਵਡਿਆਈ ਦਾ ਹੋ ਰਿਹਾ। ਤਿਮ ਗਿਆਨ ਹਿਰਦੇ ਉਪਰਾਜਤ ਹੈ। ਜਿਵੇਂ ਸੂਰਜ ਜਿਹੜਾ ਆਪਣੀਆਂ ਕਿਰਨਾਂ ਦੇ ਨਾਲ ਹਨੇਰਾ ਨਾਸ਼ ਕਰ ਦਿੰਦਾ ਆ ਤੇ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਜੀ ਆਪਣੀ ਕਿਰਪਾ ਰੂਪੀ ਕਿਰਪਾ ਦ੍ਰਿਸ਼ਟੀ ਰੂਪੀ ਕਿਰਨਾਂ ਦੇ ਨਾਲ
ਸਿੱਖਾਂ ਦੇ ਅੰਦਰੋਂ ਅਗਿਆਨ ਰੂਪੀ ਹਨੇਰਾ ਜਿਹੜਾ ਨਾਸ਼ ਕਰਦੇ ਆ ਤੇ ਗਿਆਨ ਨੂੰ ਪ੍ਰਗਟ ਕਰਦੇ ਆ। ਸਾਰਗ ਭੌਮ ਮਹਾ ਮਹਿ ਪਾਲਕ, ਜਾਂ ਮੰਨ ਲੈਣਾ ਕਰੋ ਕਹਿੰਦੇ ਸਾਰੀ ਪ੍ਰਿਥਵੀ ਦਾ ਚੱਕਰਵਰਤੀ ਰਾਜਾ। ਕੋਸ਼ਿਸ਼ ਪੂਰਬ ਕੀ ਤਜ ਕੈ, ਪਹਿਲੀ ਪੁਸ਼ਾਕ ਨੂੰ ਲਾਹ ਕਰਕੇ ਸੁੰਦਰ ਔਰ ਨਵੀਨ ਤਰੈ ਤਨ, ਹੋਰ ਉਹਨੇ ਸਰੀਰ ਦੇ ਉੱਤੇ ਸੁੰਦਰ ਪੁਸ਼ਾਕ ਪਹਿਨ ਲਈ ਹੋਵੇ। ਆਏ ਸਭਾ ਥਿਤ ਹੈ ਸਜ ਕੈ, ਸੱਜ ਵੱਜ ਕਰਕੇ ਜਿਵੇਂ ਉਹ ਸਭਾ ਦੇ ਵਿੱਚ ਆ ਕੇ ਬੈਠ ਜਾਂਦਾ। ਸ੍ਰੀ ਗੁਰ ਤਯੋ ਧਰ ਦੂਸਰ ਰੂਪ, ਸ੍ਰੀ ਗੁਰ ਤਿਉ ਤੱਤੇ ਸਿਹਾਰੀ ਊੜੇ ਔਂਕੜ ਉੱਤੇ ਬਿੰਦੀ ਤਿਉ। ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਤਿਵੇਂ ਦੂਸਰੇ ਸਰੂਪ ਵਿੱਚ ਵਿਰਾਜਤ ਸਿੱਖ ਸੁਖੀ ਜਜ ਕੈ, ਮਹਾਰਾਜ ਜੀ ਵਿਰਾਜਦੇ ਹਨ ਤੇ ਸਿੱਖ ਜਿਹੜੇ ਸੁਖ ਲੈਂਦੇ ਹਨ, ਸੁਖੀ ਹੋ ਕਰਕੇ ਪੂਜਦੇ ਹਨ ਮਹਾਰਾਜ ਨੂੰ। ਸੇਵਕ ਏਕ ਹੀ ਜਾਣਤ ਹੈ, ਜਿਹੜੇ ਗੁਰੂ ਕੇ ਸੇਵਕ ਹੈ ਉਹ ਤਾਂ ਇਹੀ ਗੱਲ ਜਾਣਦੇ ਹੈ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਬੈਠੇ ਹਨ। ਗਨ ਨਿੰਦਕ ਨੀਚ ਰਹਿ ਲਜ ਕੈ, ਜਿਹੜੇ ਬਹੁਤੇ ਨਿੰਦਕ ਹੈ ਉਹ ਬੜੀ ਸ਼ਰਮਸਾਰ ਹੋ ਕਰਕੇ ਰਹਿ ਰਹੇ ਹੈ। ਜੋਤ ਤੇ ਜੋਤ ਪ੍ਰਕਾਸ਼ ਰਹੀ, ਸੇਵਕ ਤਾਂ ਐਸੇ ਹੀ ਗੱਲ ਜਾਣਦੇ ਹੈ ਕਿ ਇੱਕ ਜੋਤ ਤੋਂ ਜਿਵੇਂ ਇੱਕ ਦੀਵੇ ਤੋਂ ਦੂਜਾ ਦੀਵਾ ਬਲ ਜਾਂਦਾ, ਇਵੇਂ ਧੰਨ ਗੁਰੂ ਨਾਨਕ ਦੇ ਮਹਾਰਾਜ ਤੋਂ ਅੱਗੇ ਗੁਰੂ ਅੰਗਦ ਦੇ ਮਹਾਰਾਜ ਹੀ ਗੁਰੂ ਹੋਏ ਐ। ਜਿਮ ਲਾਗੇ ਮਸ਼ਾਲ ਤੇ ਦੂਜੀ ਮਸ਼ਾਲਾ, ਜਾਂ ਮੰਨ ਲੈਣਾ ਕਰੋ ਇੱਕ ਮਿਸਾਲ ਤੋਂ ਜਿਵੇਂ ਦੂਜੀ ਮਿਸਾਲ ਜਗਾ ਲਈਦੀ ਐ। ਘਾਟ ਨਾ ਬਾੜ ਬਨੈ ਕਬਹੂ, ਫਿਰ ਉਸ ਦੋਵਾਂ ਮਿਸਾਲਾਂ ਦੇ ਵਿੱਚ ਕੋਈ ਘੱਟ ਵੱਧ ਅਗਨੀ ਨਹੀਂ ਬਲਦੀ। ਜੁਗ ਹੋਏ ਸਮਾਨ ਪ੍ਰਕਾਸ਼ ਬਿਸਾਲਾ, ਦੋਵਾਂ ਦੇ ਵਿੱਚ ਇੱਕੋ ਸਮਾਨ ਜਿਹੜਾ ਪ੍ਰਕਾਸ਼ ਹੁੰਦਾ ਬਹੁਤਾ। ਆਨ ਸੁਨੈ ਉਪਦੇਸ਼ ਕਿਤੈ ਨਰ, ਕਿੰਨੇ ਮਨੁੱਖ ਆ ਕਰਕੇ ਗੁਰੂ ਅੰਗਦ ਦੇ ਮਹਾਰਾਜ ਤੋਂ ਉਪਦੇਸ਼ ਸਰਵਣ ਕਰਦੇ ਐ। ਜਾਗ ਉਠੇ ਜਿਨ ਭਾਗ ਸੋ ਭਾਲਾ, ਜਿਨ੍ਹਾਂ ਦੇ ਮੱਥੇ ਦੇ ਭਾਗ ਸਾਧ ਸੰਗਤ ਜੀ ਜਾਗ ਉੱਠੇ ਹਨ, ਜਿਨ੍ਹਾਂ ਦੇ ਮੱਥੇ ਦੇ ਚੰਗੇ ਕਰਮ ਜਾਗ ਪਏ ਆ, ਉਹ ਸੰਗਤ ਦੇ ਵਿੱਚ ਆ ਕੇ ਮਹਾਰਾਜ ਦਾ ਉਪਦੇਸ਼ ਸਰਵਣ ਕਰ ਰਹੇ ਐ। ਜਿਵੇਂ ਆਪ ਜੀ ਦੇ ਮੱਥੇ ਦੇ ਭਾਗ ਜਾਗੇ ਤੇ ਆਪ ਮਹਾਰਾਜ ਦਾ ਜੀਵਨ ਸਰਵਣ ਕਰ ਰਹੇ ਹੋ, ਆਪ ਗੁਰੂ ਘਰ ਦੇ ਵਿੱਚ ਆ ਕੇ ਸਤਿਗੁਰਾਂ ਜੀ ਦੇ ਕੌਤਕ ਸਰਵਣ ਕਰ ਰਹੇ ਹੋ, ਕਥਾ ਸਰਵਣ ਕਰ ਰਹੇ ਹੋ। ਇਵੇਂ ਸਾਧ ਸੰਗਤ ਜੀ ਜਿਨ੍ਹਾਂ ਸਿੱਖਾਂ ਦੇ ਮੱਥੇ ਦੇ ਭਾਗ ਜਾਗਦੇ ਐ ਨਾ, ਉਹੀ ਮਹਾਰਾਜ ਤੋਂ ਆ ਕੇ ਉਪਦੇਸ਼ ਸਰਵਣ ਕਰਦੇ ਐ। ਜਿਨ੍ਹਾਂ ਦੇ ਕੋ ਪੁਰਾਣੇ ਕਰਮ ਜਾਗਦੇ ਐ ਉਹ ਆ ਕੇ ਗੁਰੂ ਧਾਰਨ ਕਰਦੇ ਆ। ਕੋਈ ਐਵੇਂ ਨਹੀਂ ਅੰਮ੍ਰਿਤ ਛਕ ਲੈਂਦਾ, ਆਪਾਂ ਕਹਿ ਦਿੰਦੇ ਆ ਕਿ ਅੰਮ੍ਰਿਤ ਛਕ ਲਈਏ, ਅੰਮ੍ਰਿਤ ਵੀ ਐਵੇਂ ਨਹੀਂ ਛਕਿਆ ਜਾਂਦਾ। ਜੇ ਵੱਡੇ ਭਾਗ ਹੋਣ, ਗੁਰੂ ਕਿਰਪਾ ਕਰੇ ਤਾਂ ਸਾਧ ਸੰਗਤ ਜੀ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ, ਤਾਂ ਗੁਰੂ ਕੇ ਸਿੱਖ ਬਣਿਆ ਜਾਂਦਾ ਆ। ਨਹੀਂ ਤਾਂ ਕਿੰਨੀ ਦੁਨੀਆ ਐਦੇ ਤੁਰੀ ਫਿਰਦੀ ਹੈ ਗੁਰੂ ਤੋਂ ਬਗੈਰ ਹੀ ਬੇਮੁਖੀ, ਜਿਨ੍ਹਾਂ ਨੇ ਕੋਈ ਗੁਰੂ ਨਹੀਂ ਧਾਰਨ ਕੀਤਾ। ਇਹ ਤਾਂ ਸਾਡੇ ਤੇ ਮਹਾਰਾਜ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ ਕਿ ਸਾਨੂੰ ਆਪਣੇ ਸਿੱਖ ਬਣਾਇਆ। ਅਸੀਂ ਗੁਰੂ ਨਹੀਂ ਧਾਰਨ ਕੀਤਾ, ਸਾਡੀ ਇੰਨੀ ਸਮਰੱਥਾ ਕਿਤੇ ਕਲਯੁਗੀ ਜੀਵਾਂ ਦੀ, ਮੰਦ ਬੁੱਧੀਆਂ ਦੀ, ਕਿ ਅਸੀਂ ਗੁਰੂ ਧਾਰਨ ਕਰੀਏ। ਇਹ ਤਾਂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਕਿ ਕਿਰਪਾ ਕਰਕੇ ਸਾਨੂੰ ਆਪਣੇ ਸਿੱਖ ਬਣਾ ਲਿਆ। ਇਹ ਭਾਵਨਾ ਸਾਧ ਸੰਗਤ ਜੀ ਰੱਖਣੀ ਚਾਹੀਦੀ ਹੈ। ਸ੍ਰੀ ਗੁਰੂ ਨਾਨਕ ਕੋ ਨਿਤ ਹੀ, ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਨਿਤਾ ਪ੍ਰਤੀ ਹੀ ਚਿਤਵੰਤ ਰਹਿ ਬੜ ਰੂਪ ਕਿਰਪਾਲਾ, ਵੱਡੇ ਸਰੂਪ ਵਾਲੇ ਸਤਿਗੁਰੂ ਕਿਰਪਾ ਦੇ ਘਰ ਯਾਦ ਕਰਦੇ ਰਹਿੰਦੇ ਐ। ਚੌਪਈ ਬੁੱਢੇ ਸੋ ਗੋਸ਼ਟ ਨਿਤ ਠਾਨੈ, ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਨਿਤਾ ਪ੍ਰਤੀ ਵਿਚਾਰਾਂ ਕਰਦੇ ਐ। ਸ੍ਰੀ ਸਤਿਗੁਰ ਕੇ ਚਲਤ ਮਹਾਨੈ, ਵਿਚਾਰਾਂ ਕੀ ਕਰਦੇ ਕਿ ਸ਼੍ਰੋਮਣੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੌਤਕ ਬੜੇ ਵੱਡੇ ਸਨ। ਜਨਮ ਆਦਿ ਅਬ ਲਗ ਜੋ ਜਾਣੈ, ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਆ ਕਿ ਜਨਮ ਤੋਂ ਲੈ ਕਰਕੇ ਜਿੰਨੇ ਕੌਤਕ ਤੁਸੀਂ ਮਹਾਰਾਜ ਦੇ ਜਾਣਦੇ ਹੋ, ਸੋ ਸਭ ਰੀਤੀ ਭਲੇ ਬਖਾਨੈ, ਉਹ ਚੰਗੇ ਤਰੀਕੇ ਦੇ ਨਾਲ ਸਾਨੂੰ ਕਹਿ ਕਰਕੇ ਦੱਸੋ। ਤਬ ਬੁੱਢਾ ਬੋਲਿਓ ਸੁਖ ਪਾਏ, ਸੁੱਖਾਂ ਨੂੰ ਪਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਉਦੋਂ ਬੋਲੇ ਹਨ। ਐਸੋ ਏਕ ਪੁਰਖ ਲਖ ਜਾਏ, ਮਹਾਰਾਜ ਜੀ ਐਸਾ ਤਾਂ ਇੱਕ ਹੀ ਪੁਰਖ ਜਾਣਿਆ ਜਾਂਦਾ, ਬਾਲਾ ਜਾਟ ਵਸੈ ਤਲਵੰਡੀ, ਜਿਹਨੇ ਸਾਰੇ ਕੌਤਕ ਮਹਾਰਾਜ ਜੀ ਦੇ ਵੇਖੇ ਹੋਣ। ਗੁਰੂ ਨਾਨਕ ਦੇ ਮਹਾਰਾਜ ਦੇ, ਗੁਰੂ ਅੰਗਦ ਦੇ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛ ਰਹੇ ਹੈ ਨਾ ਕਿ ਜੇ ਕਿਸੇ ਨੇ ਮਹਾਰਾਜ ਦੇ ਜਨਮ ਤੋਂ ਲੈ ਕੇ ਅਵਤਾਰ ਤੋਂ ਲੈ ਕੇ ਕੌਤਕ ਵੇਖੇ, ਐਸਾ ਮਨੁੱਖ ਕੋਈ ਹੈ? ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਹਾਂ, ਇੱਕ ਮਨੁੱਖ ਮਹਾਰਾਜ ਜਾਣਿਆ ਜਾਂਦਾ ਆ।
ਬਾਲਾ ਜਾਟ ਜੱਟ ਜਿਨ੍ਹਾਂ ਦੀ ਜਾਤੀ ਹੈ, ਤੇ ਭਾਈ ਬਾਲਾ ਜੀ ਜਿਹੜੇ ਤਲਵੰਡੀ ਨਗਰ ਦੇ ਵਿੱਚ ਵਸਦੇ ਐ। ਤਿਨ ਬਿਲਾਸ ਦੇਖਿਓ ਨਵਖੰਡੀ। ਉਸ ਭਾਈ ਬਾਲਾ ਜੀ ਨੇ ਮਹਾਰਾਜ ਦੇ ਨਾਲ ਨੌਆਂ ਖੰਡਾਂ ਦੇ ਵਿੱਚ ਘੁੰਮ ਕਰਕੇ ਕੌਤਕ ਮਹਾਰਾਜ ਜੀ ਦੇ ਵੇਖੇ ਐ। ਰਹਿਓ ਸੰਗ ਸਤਿਗੁਰ ਕੇ ਸਦਾ। ਉਹੀ ਭਾਈ ਬਾਲਾ ਜੀ ਮਹਾਰਾਜ ਦੇ ਨਾਲ ਰਹੇ ਐ ਸਦਾ, ਕਿਉਂਕਿ ਭਾਈ ਮਰਦਾਨਾ ਜੀ ਤਾਂ ਚੜ੍ਹਾਈ ਕਰਕੇ ਸਾਨੂੰ ਦਾਸੀਆਂ ਵੇਲੇ। ਸੋ ਤੁਮ ਦਰਸ ਆਏ ਹੈ ਜਦਾ। ਮਹਾਰਾਜ ਜੀ ਜਦੋਂ ਤੁਹਾਡੇ ਦਰਸ਼ਨਾਂ ਨੂੰ ਆਉਣ, ਤਿਸ ਤੇ ਸੁਨੋ ਸਕਲ ਬਿਰਤੰਤਾ। ਉਹਨਾਂ ਦੇ ਕੋਲੋਂ ਫਿਰ ਸਾਰਾ ਪ੍ਰਸੰਗ ਤੁਸੀਂ ਸੁਣਿਓ। ਯਥਾ ਚਰਿਤ੍ਰ ਕੀਨ ਭਗਵੰਤਾ। ਜਿਵੇਂ ਭਗਵੰਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੌਤਕ ਕੀਤੇ। ਏਵ ਵਿਚਾਰਿਤ ਬਾਲਾ ਆਇਓ। ਉਧਰ ਕਹਿੰਦੇ ਇਸ ਪ੍ਰਕਾਰ ਵਿਚਾਰਦੇ ਭਾਈ ਬਾਲਾ ਜੀ ਆਏ। ਗੁਰ ਪ੍ਰਸੰਗ ਤਿਨ ਸਕਲ ਸੁਨਾਇਓ। ਇਹ ਸਾਧ ਸੰਗਤ ਜੀ ਦੂਸਰੀ ਪੋਥੀ ਦੇ ਵਿੱਚ ਕਥਾ ਆਉਂਦੀ, ਕੱਲ ਨੂੰ ਬੇਨਤੀ ਕਰਾਂਗੇ ਭਾਈ ਬਾਲਾ ਜੀ ਕਿਵੇਂ ਆਏ ਸਨ, ਹੁਣ ਸਮਾਂ ਨਹੀਂ ਐਨਾ। ਤੋ ਇਸ ਪ੍ਰਕਾਰ ਵਿਚਾਰਦੇ ਹੋਏ ਭਾਈ ਬਾਲਾ ਜੀ ਆਏ, ਜਿਨ੍ਹਾਂ ਨੇ ਸਾਰੇ ਪ੍ਰਸੰਗ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਰਵਣ ਕਰਾਏ। ਸੋ ਹਮ ਪੂਰਬ ਹੀ ਕਹਿ ਆਏ। ਉਹ ਕਵੀ ਜੀ ਕਹਿੰਦੇ ਅਸੀਂ ਪਹਿਲਾਂ ਹੀ ਕਹਿ ਆਏ ਆ ਭਾਈ ਬਾਲਾ ਜੀ ਦੀ ਕਥਾ। ਛੰਦ ਚੌਪਈ ਬੰਦ ਬਣਾਏ। ਛੰਦਾਂ ਦੇ ਤੇ ਚੌਪਈ ਦੇ ਬੰਦਾਂ ਦੇ ਵਿੱਚ ਬਣਾ ਕਰਕੇ ਸ਼੍ਰੀ ਬਾਬਾ ਨਾਨਕ ਜੀ ਜੈਸੇ। ਸ਼੍ਰੋਮਣੀ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਸ ਪ੍ਰਕਾਰ ਕਰੇ ਪ੍ਰਸੰਗ ਸੁਨੇ ਸਭ ਤੈਸੇ। ਜਿਵੇਂ ਮਹਾਰਾਜ ਜੀ ਨੇ ਕੌਤਕ ਕੀਤੇ, ਹੇ ਸਿੱਖ ਸੰਗਤੋ, ਕਵੀ ਜੀ ਕਹਿੰਦੇ ਹੋ ਤੁਸੀਂ ਪਿਛਲੀਆਂ ਪੋਥੀਆਂ ਦੇ ਵਿੱਚ ਸਰਵਣ ਕਰ ਲਏ ਐ। ਇਸ ਦਿਨ ਪ੍ਰੇਮ ਲੱਗਿਓ ਦਿਨ ਕੇਰਾ। ਜਿਨ੍ਹਾਂ ਨੇ ਸਰਵਣ ਕੀਤੇ ਉਹਨਾਂ ਦਾ ਦਿਨ ਰਾਤ ਹੀ ਪ੍ਰੇਮ ਲੱਗ ਗਿਆ ਮਹਾਰਾਜ ਦੇ ਨਾਲ। ਸਿਮਰਹਿ ਸਤਿਗੁਰ ਸੰਜ ਸਵੇਰਾ। ਜਿਨ੍ਹਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਦਾ ਇਤਿਹਾਸ ਸਰਵਣ ਕੀਤਾ, ਉਹ ਮਹਾਰਾਜ ਨੂੰ ਸਵੇਰੇ ਸ਼ਾਮ ਹੀ ਯਾਦ ਕਰਦੇ ਐ। ਸੁਣੀ ਜਨਮ ਸਾਖੀ ਗੁਰ ਸਾਰੀ। ਸੁਣੀ ਐ ਮਹਾਰਾਜ ਦੇ ਜਨਮ ਸਾਖੀ ਸਾਰੀ ਅਵਤਾਰ ਦੇ ਕੌਤਕ। ਕੁਛ ਬੈਰਾਗ ਤੇ ਧੀਰਜ ਧਾਰੀ। ਕੁਝ ਵਿਰਾਗ ਕਰਕੇ ਧੀਰਜ ਧਾਰ ਲਿਆ। ਜਿਨ ਸਿੱਖਨ ਕੇ ਭਾਗ ਵਿਸਾਲਾ। ਜਿਨ੍ਹਾਂ ਸਿੱਖਾਂ ਦੇ ਵੱਡੇ ਭਾਗ ਸਨ, ਉਹਨਾਂ ਨੇ ਸਾਰੀ ਕਥਾ ਮਹਾਰਾਜ ਦੀ ਸੁਣੀ ਹੈ ਤੇ ਉਹਨਾਂ ਨੇ ਵਿਰਾਗ ਧੀਰਜ ਧਾਰਨ ਕਰ ਲਿਆ। ਸੇਵਹਿ ਬਾਣੀ ਸੁਨਹਿ ਰਸਾਲਾ। ਉਹ ਸੇਵਾ ਕਰਦੇ ਐ ਤੇ ਬਾਣੀ ਸੁਣਦੇ ਐ ਰਸਾਂ ਭਰੀ। ਤਉ ਗੁਰੂ ਅੰਗਦ ਇਸ ਰੀਤਾ। ਤਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਇਸ ਤਰੀਕੇ ਨਾਲ ਬੋਲ ਹੈ ਅਲਪ ਨਾ ਠਨ ਹੈ ਪ੍ਰੀਤਾ। ਹੁਣ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਦਾ ਜੀਵਨ ਕਵੀ ਜੀ ਦੱਸ ਰਹੇ ਆ। ਅੱਗੇ ਕਹਿੰਦੇ ਬੋਲਦੇ ਥੋੜਾ ਆ ਤੇ ਕਿਸੇ ਨਾਲ ਬਹੁਤਾ ਪ੍ਰੇਮ ਨਹੀਂ ਕਰਦੇ। ਬਾਲਕ ਦਸ਼ਾ ਵਿਖੈ ਨਿਤ ਰਹੈ। ਜਿਵੇਂ ਬੱਚਿਆਂ ਦੀ ਹਾਲਤ ਹੁੰਦੀ, ਬੱਚਿਆਂ ਦਾ ਸੁਭਾਅ ਹੁੰਦਾ, ਇਵੇਂ ਨਿਤਾ ਪ੍ਰਤੀ ਰਹਿੰਦੇ ਐ। ਹਰਖ ਸ਼ੋਕ ਜਿਨ ਲੇਸ਼ ਨਾ ਹੈ। ਜਿਨ੍ਹਾਂ ਨੂੰ ਕਹਿੰਦੇ ਖੁਸ਼ੀ ਗਮੀ ਲੇਸ਼ ਮਾਤਰ ਵੀ ਨਹੀਂ ਹੈ, ਥੋੜੀ ਮਾਤਰ ਵੀ ਨਹੀਂ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਨਾ ਤਾਂ ਕਿਸੇ ਆਏ ਦੀ ਖੁਸ਼ੀ ਹੈ ਤੇ ਨਾ ਕਿਸੇ ਗਏ ਦੀ ਗਮੀ ਹੈ। ਐਸਾ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜੀਵਨ ਕਵੀ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਹੈ। ਹੁਣ ਕੱਲ ਦੇ ਦੀਵਾਨਾਂ ਦੇ ਵਿੱਚ ਅੱਗੇ ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜੀਵਨ ਕੌਤਕ ਆਰੰਭ ਹੋਣਗੇ, ਉਹ ਆਪਾਂ ਸਰਵਣ ਕਰਾਂਗੇ। ਸੋ ਦੋ ਪੰਕਤੀਆਂ ਪੜ੍ਹ ਕੇ ਸਾਧ ਸੰਗਤ ਜੀ ਸਮਾਪਤੀ ਕਰਦੇ ਆਂ। ਭੁੱਲਾਂ ਗਲਤੀਆਂ ਦੀ ਆਪ ਜੀ ਨੇ ਖਿਮਾ ਬਖਸ਼ਣੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣਹਾਰ ਹਨ, ਕਿਰਪਾ ਕਰਕੇ ਬਖਸ਼ ਲੈਣ। ਬਾਲਕ ਦਸ਼ਾ ਵਿਖੈ ਨਿਤ ਰਹੈ। ਹਰਖ ਸ਼ੋਕ ਜਿਨ ਲੇਸ਼ ਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।